केंद्र सरकार ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਚੱਲਦੇ ਕਿਸਾਨ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਹੈ, ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਦਿੱਲੀ ਧਰਨਿਆਂ ਦੇ ਨਾਲ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਟੋਲ ਪਲਾਜ਼ਿਆਂ ਤੇ ਧਰਨੇ ਅਤੇ ਅਲੱਗ-ਅਲੱਗ ਸਮੇਂ ਤੇ ਰੋਸ ਰੈਲੀਆਂ ਵੀ ਕੱਢੀਆਂ ਗਈਆਂ। ਮੋਦੀ ਜੀ ਨੂੰ ਬਾਰ-ਬਾਰ ਬੇਨਤੀ ਕਰਦੇ ਹਾਂ, ਸਾਰੀ ਦੇਸ਼ ਹੀ ਕਰ ਰਿਹਾ, ਈਵਨ ਵਿਦੇਸ਼ਾਂ 'ਚੋਂ ਵੀ ਇਸ ਨੂੰ ਆ ਰਹੀਆਂ ਹੈਗੀਆਂ ਤੇ ਤੂੰ ਇਹ ਨਾ ਆਪਣੀ ਸੋਚ ਨੂੰ ਬਦਲ, ਇਹ ਮਨੂ ਸਿਮਰਤੀ ਨੂੰ ਛੱਡ ਕੇ ਇਸ ਦੇਸ਼ ਸਿਮਰਤੀ ਦੀ ਗੱਲ ਕਰ, ਇਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ। ਇਹ ਦੇਸ਼ ਦਾ ਸੰਵਿਧਾਨ ਬਚਣਾ ਚਾਹੀਦਾ ਕਿਸੇ ਕੀਮਤ ਦੇ ਉੱਤੇ ਵੀ। ਮਗਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਂਗ ਰਹੀ, ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਨਵੀਂ ਰਣਨੀਤੀ ਦੇ ਚੱਲਦੇ 18 ਤਾਰੀਖ ਨੂੰ ਰੈਲਾ ਰੋਕ ਕੇ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਤੇ ਉਸ ਉੱਪਰ ਦਬਾਅ ਬਣਾਇਆ ਜਾਏਗਾ ਤਾਂ ਕਿ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ। ਤੁਸੀਂ ਕਹਿੰਦੇ ਅੰਦੋਲਨ ਜੀਵੀ ਹੈ, ਅਸੀਂ ਅੰਦੋਲਨ ਜਦੋਂ ਤੁਸੀਂ ਕਰਦੇ ਸੀਗੇ ਅੰਦੋਲਨ ਉਦੋਂ ਤੁਸੀਂ ਕੌਣ ਸੀਗੇ? ਉਦੋਂ ਤੁਸੀਂ ਅੰਦੋਲਨ ਜੀਵੀ ਨਹੀਂ ਸੀ, ਉਦੋਂ ਤੁਸੀਂ ਚਿਰਜੀਵੀ ਨਹੀਂ ਸੀ। ਅਸੀਂ ਹੁਣ ਚਿਰਜੀਵੀ ਹੋ ਗਏ, ਤੁਸੀਂ ਸਾਨੂੰ ਕੀੜੇ ਮਕੌੜੇ ਕਹਿ ਰਹੇ ਹੋ। ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਆਪਣੀ ਜਨਤਾ ਨੂੰ ਕੀੜੇ ਮਕੌੜੇ ਦੱਸਦਾ। ਫਰਵਰੀ ਦੇ ਮਾਮਲੇ ਵਿੱਚ ਜੋ ਇਸ ਸਰਕਾਰ ਦੀਆਂ ਨੀਤੀਆਂ, ਉਹਨਾਂ ਦੀ ਨੀਤੀਆਂ ਦੇ ਵਿਰੋਧ ਵਿੱਚ ਸਾਨੂੰ ਜੋ ਸੰਯੁਕਤ ਮੋਰਚੇ ਦਾ ਆਦੇਸ਼ ਆ ਉਹਦੇ ਮੁਤਾਬਕ ਅਸੀਂ ਇਹ ਸਾਰੇ ਦੇਸ਼ ਅੰਦਰ 12 ਤੋਂ 4 ਵਜੇ ਤੱਕ ਰੇਲ ਰੋਕਣ ਦਾ ਜੋ ਪ੍ਰੋਗਰਾਮ ਦਿੱਤਾ ਹੈ, ਉਹਦੇ ਵਿੱਚ ਸੰਯੁਕਤ ਮੋਰਚਾ ਕਿਸਾਨ ਜਿਹੜਾ ਹੈਗਾ ਪਠਾਨਕੋਟ, ਉਹ ਚੱਕੀ ਰੇਲਵੇ ਸਟੇਸ਼ਨ ਦੇ ਉੱਤੇ ਉਸ ਨੂੰ ਰੋਕੇਗਾ ਤੇ ਉਸ ਦੀ ਪੂਰਨ ਤੌਰ ਦੇ ਉੱਤੇ ਉਹਨੂੰ ਲਾਗੂ ਕਰੇਗਾ ਉਸ ਦੇ ਫੈਸਲੇ ਨੂੰ। ਤੇ ਜਦ ਤੱਕ ਇਹ ਸਾਡੇ ਕਿਸਾਨਾਂ ਦੇ ਜਿਹੜੇ ਮਸਲੇ ਆ ਜਾਂ ਇਹ ਦੇਸ਼ ਦੇ ਆਮ ਲੋਕਾਂ ਦੇ ਮਸਲੇ ਹੈਗੇ ਆ ਉਹ ਬਦਲੇ ਨਹੀਂ ਜਾਂਦੇ, ਉਦੋਂ ਤੱਕ ਸਾਡੇ ਇਹ ਸੰਘਰਸ਼ ਚੱਲਦੇ ਰਹਿਣਗੇ। ਮੋਦੀ ਨੇ ਦੇਸ਼ ਦਾ ਜੋ ਨੁਕਸਾਨ ਕੀਤਾ ਆ, ਮੈਂ ਸਮਝਦਾ ਇਹ ਇਸ ਪੋਸਟ ਦੇ ਕਾਬਲ ਨਹੀਂ ਹੈਗਾ, ਪ੍ਰਧਾਨ ਮੰਤਰੀ ਦੇ ਕਾਬਲ ਨਹੀਂ ਹੈਗਾ, ਜਿਸ ਨੇ ਮਨੂ ਸਿਮਰਤੀ ਨੂੰ ਨਾਲ ਲੈ ਕੇ ਇਸ ਸੰਵਿਧਾਨ ਦਾ ਜੋ ਕਾਣ ਕੀਤਾ ਆ, ਉਸ ਸੰਵਿਧਾਨ ਦੀ ਪੂਰਤੀ ਬੜੀ ਔਖੀ ਗੱਲ ਹੈਗੀ ਆ। ਅਸੀਂ ਚਾਹੁੰਦੇ ਹਾਂ ਇਹ ਦੇਸ਼ ਦੀ ਜਵਾਨੀ ਬਚ ਜਾਏ, ਦੇਸ਼ ਬਚ ਜਾਏ, ਦੇਸ਼ ਦੀ ਇਕਨੋਮੀ ਬਚ ਜਾਏ, ਦੇਸ਼ ਦੇ ਸਾਰੇ ਕਾਰੋਬਾਰ ਬਚ ਜਾਣ। ਇਹ ਦੇਸ਼ ਜਿਸ ਸੋਚ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਉਸ ਪੈਰਾਂ ਦੇ ਉੱਤੇ ਇਹ ਦੇਸ਼ ਖੜਾ ਹੋਵੇ। ਇਸ ਕਰਕੇ ਮੋਦੀ ਜੀ ਨੂੰ ਬਾਰ-ਬਾਰ ਬੇਨਤੀ ਕਰਦੇ ਹਾਂ, ਸਾਰੀ ਦੇਸ਼ ਹੀ ਕਰ ਰਿਹਾ, ਈਵਨ ਵਿਦੇਸ਼ਾਂ 'ਚੋਂ ਵੀ ਇਸ ਨੂੰ ਆ ਰਹੀਆਂ ਹੈਗੀਆਂ ਵੀ ਤੂੰ ਇਹ ਨਾ ਆਪਣੀ ਸੋਚ ਨੂੰ ਬਦਲ, ਇਹ ਮਨੂ ਸਿਮਰਤੀ ਨੂੰ ਛੱਡ ਕੇ ਇਸ ਦੇਸ਼ ਸਿਮਰਤੀ ਦੀ ਗੱਲ ਕਰ, ਇਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ। ਇਹ ਦੇਸ਼ ਦਾ ਸੰਵਿਧਾਨ ਬਚਣਾ ਚਾਹੀਦਾ ਕਿਸੇ ਕੀਮਤ ਦੇ ਉੱਤੇ ਵੀ। ਇਸ ਕਰਕੇ 18 ਤਰੀਕ ਨੂੰ ਅਸੀਂ ਆਪਣਾ ਇੱਕ ਆਦੇਸ਼ ਮੋਦੀ ਸਰਕਾਰ ਨੂੰ ਦੇਣ ਦੇ ਲਈ ਉਹ ਉੱਥੇ ਆਪਣਾ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਪੂਰਨ ਤੌਰ ਦੇ ਉੱਤੇ ਇਨਡਿਸਿਪਲਿਨ ਰਹਿ ਕੇ ਉਹਨੂੰ ਲਾਗੂ ਕਰਾਂਗੇ। ਜੈ ਜਨਤਾ, ਜੈ ਸ਼ੰਕਰ। ਇੰਸਪੈਕਟਰ ਕਿਸਾਨ ਨੇਤਾ ਤੁਹਾਡੇ ਮਾਧਿਅਮ ਦੇ ਰਾਹੀਂ ਸ਼੍ਰੀ ਮੋਦੀ ਜੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਸ਼੍ਰੀਮਾਨ ਜੀ, ਤੁਹਾਨੂੰ ਲੋਕਾਂ ਨੇ ਵੋਟਾਂ ਦੇ ਕੇ ਪ੍ਰਾਈਮ ਮਿਨਿਸਟਰ ਬਣਾਇਆ। ਇਸ ਕਰਕੇ ਨਹੀਂ ਕਿ ਵੋਟਾਂ ਲੋਕਾਂ ਤੋਂ ਲੈ ਕੇ ਤੇ ਗੀਤ ਉਹਨਾਂ ਕੁੱਤਿਆਂ ਦੇ ਗਾਓ ਜਿਨ੍ਹਾਂ ਨੇ ਇਸ ਦੇਸ਼ ਦੇ ਬਾਰੇ ਕਦੀ ਸੋਚਿਆ ਹੀ ਨਹੀਂ, ਆਪਣੇ ਪਰਿਵਾਰਾਂ ਤੇ ਆਪਣੇ ਗੁਦਾਮਾਂ ਬਾਰੇ ਹੀ ਸੋਚਿਆ। ਦੂਸਰਾ ਇਹ ਕਿ ਤੁਸੀਂ ਲੋਕਾਂ ਦੀਆਂ ਵੋਟਾਂ ਦੇ ਨਾਲ ਪ੍ਰਾਈਮ ਮਿਨਿਸਟਰ ਬਣੇ ਹੋ, ਅਡਾਨੀ ਅੰਬਾਨੀ ਦੀਆਂ ਵੋਟਾਂ ਨਾਲ ਨਹੀਂ ਬਣੇ। ਗਲਤ ਕਿਸਾਨ ਹੋ ਸਕਦੇ ਆ, ਗਲਤ ਤੁਸੀਂ ਹੋ ਸਕਦੇ ਹੋ, ਗਲਤ ਕਿਸੇ ਦੀ ਸੋਚ ਹੋ ਸਕਦੀ ਹੈ, ਗਲਤ ਵਕਤ ਹੋ ਸਕਦਾ। ਕਿ ਤੇਰੀ ਇਹ ਡਿਊਟੀ ਬਣਦੀ ਸੀ ਕਿ ਜੇ ਉਹ ਵੀ ਗਲਤ ਹੈ ਤਾਂ, ਜੇ ਤੂੰ ਗਲਤ ਹੈ ਤਾਂ ਇੱਕ ਵਾਰ ਉਹਨਾਂ ਨੂੰ ਆ ਕੇ ਪੁੱਛ ਤਾਂ ਸਹੀ। ਤੂੰ ਜ਼ਬਾਨ ਆਪਣੀ ਬੰਦ ਕੀਤੀ ਹੈ ਇਸ ਕਰਕੇ ਕਿ ਲੋਕਾਂ ਦਾ ਕੀ ਹੈ, ਮੇਰਾ ਕੀ ਵਿਗਾੜ ਲੈਣਗੇ। ਪਰ ਜੇਕਰ ਇਹ ਆਪਣੀ ਆਈ ਤੇ ਆ ਗਏ ਤਾਂ 2024 ਦੂਰ ਨਹੀਂ ਹੈ। ਗੱਲ ਇਹ ਆ ਜੀ ਵੀ ਜੋ ਸਾਡੀ ਜਥੇਬੰਦੀਆਂ ਬੜੇ ਸ਼ਾਂਤਮਈ ਢੰਗ ਨਾਲ ਜਿਹੜਾ ਚਲਾ ਰਹੀਆਂ ਵਾ ਇਸ ਅੰਦੋਲਨ ਨੂੰ, ਉਹਨਾਂ ਨੇ ਸਾਨੂੰ ਜੋ ਹੁਕਮ ਕੀਤਾ ਸੀ, ਰਾਤੀ ਅਸੀਂ ਪੁਲਵਾਮਾ ਦੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਦੇ ਅਖੰਡਤਾ ਦੇ ਕਰਕੇ ਆਪਣੀਆਂ ਸ਼ਹੀਦੀਆਂ ਦਾ ਜਾਮ ਕੀਤਾ ਔਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। ਕੱਲ ਛੋਟੂ ਰਾਮ ਜੀ ਨੂੰ ਸ਼ਰਧਾਂਜਲੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ। ਔਰ ਦੂਸਰਾ 18 ਤਰੀਕ ਨੂੰ ਜਿਹੜਾ ਸਾਡੇ ਜਥੇਬੰਦੀਆਂ ਵੱਲੋਂ ਰੇਲ ਰੋਕੀ ਦਾ ਪ੍ਰੋਗਰਾਮ ਆ, ਉਹ ਜ਼ਿਲ੍ਹਾ ਪਠਾਨਕੋਟ ਵੱਲੋਂ ਚੱਕੀ ਬੈਂਕ ਰੇਲਵੇ ਸਟੇਸ਼ਨ ਦੇ ਉਰਲਾ ਪਾਸੇ ਵਾਲਾ ਜਿਹੜਾ ਗੇਟ ਆ, ਜਿਹੜੇ ਫਾਟਕ ਆ, ਉਹਦੇ ਪੂਰਨ ਤੌਰ ਤੇ ਜਿੰਨਾ ਵੀ 12 ਵਜੇ ਤੋਂ ਲੈ ਕੇ 5 ਵਜੇ 4 ਵਜੇ ਤੱਕ ਪ੍ਰੋਗਰਾਮ ਆ, ਉਹਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ। ਔਰ ਭਾਰਤ ਵਰਸੇ ਵਿੱਚ ਇਹ ਗੱਲ ਹੋ ਰਹੀ ਆ ਔਰ ਇਹ ਮੋਦੀ ਜੀ ਨੂੰ ਸੰਦੇਸ਼ ਆ ਸਾਡਾ ਕਿ ਮੋਦੀ ਜੀ, ਨਾ ਦੇਸ਼ ਦਾ ਨੁਕਸਾਨ ਹੋ ਰਿਹਾ, ਤੁਹਾਡਾ ਕੋਈ ਨਹੀਂ ਹੋ ਰਿਹਾ, ਮੋਦੀ ਦਾ, ਉਹਦਾ, ਅਡਾਨੀ ਬਾਨੀ ਦਾ ਨਹੀਂ ਹੋ ਰਿਹਾ, ਆਮ ਪਬਲਿਕ ਦਾ ਹਰ ਪਾਸੇ ਜਿਹੜਾ ਵਾ ਉਹ ਨੁਕਸਾਨ ਹੋ ਰਿਹਾ। ਇਸ ਕਰਕੇ ਤੁਸੀਂ ਨਾ ਜਨਤਾ ਦੇ ਨਾਲ ਖੇਲੋ ਔਰ ਨਾ ਜਨਤਾ ਦਾ ਇੰਨੀ ਜ਼ਿਆਦਤੀ ਕਰੋ, ਬਲਕਿ
ਤੁਸੀਂ ਨਾ ਕਿ ਅਡਾਨੀ ਬਾਨੀ ਦੇ ਪ੍ਰਧਾਨ ਮੰਤਰੀ ਹੋ, ਤੁਸੀਂ ਸਾਰੀ ਜਨਤਾ ਦੇ ਪ੍ਰਧਾਨ ਮੰਤਰੀ ਹੋ। ਇੱਕ ਪ੍ਰਧਾਨ ਮੰਤਰੀ ਜਦੋਂ ਬਣ ਜਾਂਦਾ, ਉਹ ਭਾਵੇਂ ਵੋਟਾਂ ਜਿਨ ਪਾਈਆਂ ਜਾਂ ਨਹੀਂ ਪਾਈਆਂ, ਪਰ ਉਹ ਹਰੇਕ ਦਾ ਪ੍ਰਧਾਨ ਮੰਤਰੀ, ਹਰੇਕ ਦਾ ਸਰਪੰਚ, ਹਰੇਕ ਦਾ ਐਮਐਲਏ, ਹਰੇਕ ਦਾ ਐਮਪੀ ਹੁੰਦਾ। ਪਰ ਤੁਸੀਂ ਤੇ ਮੈਂ ਇਹ ਸਮਝ ਲਿਆ ਵੀ ਤੁਸੀਂ ਇਹ ਸਮਝਿਆ ਵੀ ਮੈਨੂੰ ਲੋਕਾਂ ਨੇ ਤੇ ਇੱਕ ਵਾਰ ਹੁਣ ਬਣਾਤਾ, ਪਰ ਤੁਸੀਂ ਝੂਠ ਦਾ ਜਿਹੜਾ ਪਲੰਦਾ ਹੁਣ ਜਿਹੜਾ ਅੰਤ ਜਿਹੜਾ ਉਹ ਪਿਆਲਾ ਭਰ ਚੁੱਕਾ। ਆਖਰ ਇਹ ਹੁਣ ਜਿਹੜਾ ਡੁੱਲਣਾ ਤੁਸੀਂ ਸਵਰਗ ਤੇ ਗਏ ਮੁੜ ਕੇ ਨਰਕ ਨੂੰ ਆਓਗੇ। ਇਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਜੇਕਰ ਕਿਸਾਨਾਂ ਦਾ ਤੁਸੀਂ ਨਾ ਅੰਦੋਲਨ ਨੂੰ ਸਮਝਿਆ, ਨਾ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੇ ਤੁਸੀਂ ਮੰਤਰੀ ਮੰਡਲ 'ਚ, ਤੁਹਾਨੂੰ ਪਤਾ ਤੁਹਾਡੇ ਰਾਜ ਸਭਾ 'ਚ, ਲੋਕ ਸਭਾ 'ਚ ਉਹ ਦੰਡ ਲੱਤੀ ਆ ਤੁਹਾਡੀ, ਉਹ ਤੁਸੀਂ ਸਾਨੂੰ ਚਿਰਜੀਵੀ ਕਹਿੰਦੇ ਹੋ। ਅਸੀਂ ਚਿਰਜੀਵੀ ਆ? ਅਸੀਂ ਕੀੜੇ ਆ? ਅਸੀਂ ਇਨਸਾਨ ਆ? ਤੁਸੀਂ ਕਹਿੰਦੇ ਅੰਦੋਲਨ ਜੀਵੀ ਹੈ। ਅਸੀਂ ਅੰਦੋਲਨ ਜਦੋਂ ਤੁਸੀਂ ਕਰਦੇ ਸੀਗੇ ਅੰਦੋਲਨ, ਉਦੋਂ ਤੁਸੀਂ ਕੌਣ ਸੀਗੇ? ਉਦੋਂ ਤੁਸੀਂ ਅੰਦੋਲਨ ਜੀਵੀ ਨਹੀਂ ਸੀ, ਉਦੋਂ ਤੁਸੀਂ ਚਿਰਜੀਵੀ ਨਹੀਂ ਸੀ। ਅਸੀਂ ਹੁਣ ਚਿਰਜੀਵੀ ਹੋ ਗਏ, ਤੁਸੀਂ ਸਾਨੂੰ ਕੀੜੇ ਮਕੌੜੇ ਕਹਿ ਰਹੇ ਹੋ। ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਆਪਣੀ ਜਨਤਾ ਨੂੰ ਕੀੜੇ ਮਕੌੜੇ ਦੱਸਦਾ। ਮੈਂ ਨਹੀਂ ਸਮਝਦਾ ਵੀ ਉਹ ਇੱਕ ਇਹੋ ਜਿਹਾ ਪ੍ਰਧਾਨ ਮੰਤਰੀ ਜਿਹੜਾ ਆਪਣੀ ਜਨਤਾ ਬਾਰੇ ਇਹੋ ਜਿਹਾ ਸੋਚਦਾ ਹੋਵੇ। ਔਰ ਇਹ ਵੀ ਤੁਹਾਨੂੰ ਦੱਸ ਦਈਏ, ਉਹ ਪ੍ਰਧਾਨ ਮੰਤਰੀ ਹੈ ਜਿਹੜਾ ਇੱਕ ਦਿਨ 'ਚ 58 ਵਾਰ ਝੂਠ ਮਾਰਦਾ। ਇਹਦੀ ਐਨਾਲਿਸਿਸ ਹੋਇਆ, ਇਹਦੀ ਰਿਪੋਰਟਾਂ ਹੋਈਆਂ ਨੇ, ਇਹਦੇ ਸਾਰੇ ਸਰਵੇ ਹੋਏ ਆ। ਐਵੇਂ ਨਹੀਂ ਕਿਹਾ, ਬਾਹਰਲੇ ਦੇਸ਼ਾਂ ਵਾਲਾ ਵੀ ਮੰਨਣ ਦਾ ਪਿਆ ਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਦਾ ਝੂਠਾ ਸਫੇਦ ਝੂਠ, ਲੋਕਾਂ ਨਾਲ ਕੀਤੇ ਹੋਏ ਵਾਅਦੇ ਬਿਲਕੁਲ ਪੂਰੇ ਨਹੀਂ ਕਰਦਾ। ਸੋ ਅਸੀਂ ਅਜੇ ਵੀ ਬੇਨਤੀ ਕਰਦੇ ਹਾਂ, ਪ੍ਰਧਾਨ ਮੰਤਰੀ ਜੀ ਤੁਸੀਂ ਸਾਡੇ ਵੀ ਪ੍ਰਧਾਨ ਮੰਤਰੀ ਹੋ, ਸਾਡੇ ਵੱਲ ਵੇਖੋ, ਸਾਡੀ ਆਉਣ ਵਾਲੀ ਜਨਰੇਸ਼ਨ ਵੱਲ ਵੇਖੋ। ਅਡਾਨੀਆਂ ਬਾਨੀਆਂ ਨੂੰ ਕਿਉਂ ਵੇਖੀ ਜਾਂਦੇ ਹੋ, ਜਿਹਨਾਂ ਤੁਸੀਂ ਤੇਲ ਦੇ ਭੰਡਾਰ, ਰੇਲਾਂ ਦੇ ਭੰਡਾਰ, ਹਵਾਈ ਅੱਡਿਆਂ ਦੇ ਭੰਡਾਰ, ਹਵਾਈ ਵਰਕਸ਼ਾਪਾਂ ਦੇ ਭੰਡਾਰ, ਸਾਰਾ ਕੁਝ ਤੇ ਵੇਚ ਦਿੱਤਾ। ਤੁਸੀਂ ਸਾਨੂੰ ਨਾ ਵੇਚੋ, ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਜੇ, ਸਾਨੂੰ ਨਾ ਵੇਚੋ, ਸਾਡੇ ਨਿਆਣਿਆਂ ਨੂੰ ਨਾ ਵੇਚੋ, ਸਾਡੀਆਂ ਜ਼ਮੀਨਾਂ ਰਹਿਣ ਦਿਓ, ਸਾਨੂੰ ਰੋਟੀ ਖਾਣ ਜੋਗੇ ਰਹਿਣ ਦਿਓ, ਰੋਟੀ ਖਵਾਉਣ ਜੋਗੇ ਰਹਿਣ ਦਿਓ। ਇੰਨੀ ਤੁਹਾਨੂੰ ਬੇਨਤੀ ਕਰਦੇ ਹਾਂ। ਨਹੀਂ ਤੇ ਫਿਰ ਜੋ ਜਥੇਬੰਦੀਆਂ ਹੁਕਮ ਕਰਨਗੀਆਂ ਉਹਦੇ ਬਾਰੇ ਤਤਪਰ ਤਿਆਰ ਰਵਾਂਗੇ। ਔਰ ਤੁਹਾਡੇ ਜਿਹੜੀ ਆ ਸਰਕਾਰ ਦੀ ਨੱਕ 'ਚ ਦਮ ਕਰਕੇ ਫਿਰ ਜਿਹੜੇ ਆ ਕਾਨੂੰਨ ਜਿਹੜੇ ਆ ਰੱਦ ਕਰਵਾਏ ਜਾਣਗੇ। ਜੈ ਜਨਤਾ, ਜੈ ਭਾਰਤ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ।